ਵੀ ਜਿਵੇਂ ਅੰਮ੍ਰਿਤ ਵੇਲਾ ਹੁੰਦਾ ਹੈ ਅਤੇ ਅੰਮ੍ਰਿਤ ਵੇਲੇ ਅੱਲਾ ਯਾਰ ਖਾਨ ਜੋਗੀ ਜਿਹੜਾ ਕਿ ਉਹ ਲਿਖਦਾ ਹੈ ਕਿ ਸਿੰਘਾਂ ਨੇ ਰਲ ਮਿਲ ਕੇ ਅੰਮ੍ਰਿਤ ਵੇਲੇ ਨਿਤਨੇਮ ਕੀਤਾ ਅਤੇ ਕਲਗੀਧਰ ਪਾਤਸ਼ਾਹ ਜੀ ਸਾਰੇ ਸਿੰਘਾਂ ਨੂੰ ਜਿਹੜੀ ਕਿ ਯੁੱਧ ਨੀਤੀ ਦੇ ਗੁਣ ਸਮਝਾ ਰਹੇ ਨੇ। ਅਤੇ ਇਸ ਤਰ੍ਹਾਂ ਗੁਰੂ ਪਿਆਰਿਓ ਜਿਹੜੀ ਚਮਕੌਰ ਦੀ ਜਿਹੜੀ ਗੜੀ ਸੀਗੀ ਉਸ ਦੀ ਵਿਉਂਤਬੰਦੀ ਨਾ ਕੀਤੀ ਗਈ। ਜਿਹੜੀ ਕਿ ਰਾਤ ਨੂੰ 2 ਸਿੰਘ ਲਗਾਏ ਸਨ ਪਹਿਰਾ ਦੇਣ ਲਈ, ਬਾਬਾ ਮਦਨ ਸਿੰਘ ਅਤੇ ਬਾਬਾ ਕਾਠਾ ਸਿੰਘ ਜੀ। ਅਤੇ ਉਹਨਾਂ ਦੀ ਗੁਰੂ ਪਿਆਰਿਓ ਸੱਜੀ ਅਤੇ ਖੱਬੀ ਬਾਈ 'ਤੇ ਜਿਹੜੇ ਕਿ 4 ਜਿਹੜੇ ਸਿੰਘ ਜਿਹੜੇ ਕਿ ਤੀਰ ਅੰਦਾਜ਼ੀ ਵਾਲੇ ਉਹਨਾਂ ਨੂੰ ਤੈਨਾਤ ਕੀਤਾ। ਅਤੇ ਬਾਕੀ ਜਿਹੜੀਆਂ 3 ਬਾਹੀਆਂ ਬਚੀਆਂ ਸੀ ਗੜੀ ਦੇ ਅੰਦਰ, ਉੱਥੇ ਕਿ 8 ਸਿੰਘ ਜਿਹੜੇ ਕਿ ਤੈਨਾਤ ਕੀਤੇ ਗਏ। ਅਤੇ ਗੁਰੂ ਪਿਤਾ ਜੀ ਨਾਲ 7 ਸਿੰਘ, 2 ਸਾਹਿਬਜ਼ਾਦੇ। ਇਸ ਤਰ੍ਹਾਂ ਗੁਰੂ ਪਿਆਰਿਓ ਗੁਰੂ ਪਾਤਸ਼ਾਹ ਜੀ ਨੇ ਜਿਹੜੀ ਕਿਲ੍ਹੇ ਦੀ ਮੋਰਚਾਬੰਦੀ ਨੂੰ ਵੰਡ ਦਿੱਤਾ ਗਿਆ। ਦਿਨ ਚੜ੍ਹਿਆ ਅਤੇ ਮੁਗਲਾਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ। ਅਤੇ ਸਾਧ ਸੰਗਤ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਕਿ ਜਦੋਂ ਹਮਲਾ ਕੀਤਾ, ਜਦੋਂ ਦੂਰ ਤੋਂ ਹਮਲਾ ਕੀਤਾ ਜਾਂਦਾ ਤਾਂ ਉਸ ਵਿੱਚ ਸਭ ਤੋਂ ਪਹਿਲਾਂ ਅਸਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਸਤਰਾਂ ਤੋਂ ਭਾਵ ਜਿਵੇਂ ਕਿ ਤੀਰ ਹੋ ਗਏ, ਤੋਪਾਂ ਹੋ ਗਈਆਂ ਅਤੇ ਬੰਦੂਕਾਂ ਦੇ ਨਾਲ, ਇਹਨਾਂ ਨਾਲ ਗੜੀ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ। ਅਤੇ ਹਮਲਾ ਕਰਨ ਲਈ ਜਿਹੜੇ ਔਰੰਗਜ਼ੇਬ ਵੱਲੋਂ ਜਿਹੜੇ ਭੇਜੇ ਗਏ ਸ਼ੇਰ ਮੁਹੰਮਦ ਖਾਂ, ਜਿਹੜਾ ਕਿ ਮਲੇਰਕੋਟਲੇ ਵਾਲਾ, ਮਹਿਮੂਦ ਖਾਂ, ਖਵਾਜਾ ਖਿਜ਼ਰ ਖਾਂ, ਗੁਲਸ਼ੇਰ ਖਾਂ ਅਤੇ ਨਾਰ ਖਾਂ ਅਤੇ ਵਜ਼ੀਰ ਖਾਂ ਅਤੇ ਉਸ ਦੀਆਂ ਜਿਹੜੀਆਂ ਫੌਜਾਂ। ਅਤੇ ਇਤਿਹਾਸਿਕ ਸਰੋਤਾਂ ਮੁਤਾਬਿਕ ਜਿਹੜੀ ਕਿ 32 ਪਰਗਣੇ ਜਿਹੜੇ ਕਿ ਸਰਹੰਦ ਦੇ ਅਧੀਨ ਪੈਂਦੇ ਸਨ, ਉਹ ਆਪਣੀ 49,000 ਫੌਜ ਲੈ ਕੇ ਉਹਨਾਂ ਨੇ ਚੜ੍ਹਾਈ ਕੀਤੀ, ਜਿਸ ਵਿੱਚ 40,000 ਜਿਹੜੇ ਸੀ ਪੈਦਲ ਸਨ ਅਤੇ 9,000 ਜਿਹੜੇ ਘੋੜਸਵਾਰ ਸਨ। ਇਸ ਤੋਂ ਇਲਾਵਾ ਜਿਹੜੇ ਕਿ ਪਹਾੜੀ ਰਾਜੇ ਵੀ ਆਪਣੀਆਂ ਫੌਜਾਂ ਨੂੰ ਲੈ ਕੇ ਗੜੀ 'ਤੇ ਉਹਨਾਂ ਨੇ ਚੜ੍ਹਾਈ ਕੀਤੀ। ਅਤੇ ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਇੰਝ ਲੱਗ ਰਿਹਾ ਸੀ ਕਿ ਜਿਹੜੇ ਤੀਰਾਂ ਨਾਲ, ਤੋਪਾਂ ਦੇ ਨਾਲ, ਜਿਹੜੀ ਕਿ ਬੰਦੂਕਾਂ ਦੇ ਨਾਲ ਜਿਹੜੀ ਫੌਜ ਆਏ ਸੀ, ਇੰਝ ਲੱਗ ਰਿਹਾ ਸੀ ਕਿ ਮਖਿਆਲ ਚੜ੍ਹ ਕੇ ਆਇਆ, ਕਿ ਬੇਸ਼ੁਮਾਰ ਗੁਰੂ ਪਿਆਰੋ ਜਿਹੜੀ ਕਿ ਫੌਜ ਚੜ੍ਹ ਕੇ ਆਈ ਹੋਈ ਸੀ। ਅਤੇ ਅੰਦਰ ਕੌਣ ਸਨ? ਕੇਵਲ ਸਿਰਫ 40 ਸਿੰਘ। 40 ਸਿੰਘਾਂ ਦੀ ਗਿਣਤੀ ਗੁਰੂ ਪਿਆਰਿਓ ਜਿਹੜੀ ਕਿ ਗੜੀ ਦੇ ਅੰਦਰ 40 ਸਿੰਘ। ਅਤੇ ਹੁਣ ਗੁਰੂ ਪਿਆਰਿਓ ਅੰਦਰੋਂ ਵੀ ਤੀਰ ਚੱਲਦੇ ਨੇ, ਬਾਹਰੋਂ ਵੀ ਤੀਰ ਚਲਾਏ ਜਾਂਦੇ ਨੇ। ਵੱਡੇ ਜਿਹੜੇ ਕਿ ਅਸਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਤੇ ਜਿਹੜੀ ਫੌਜ ਹੈ ਉਹ ਗੜੀ ਦੇ ਕਰੀਬ ਆਉਂਦੀ ਹੈ। ਅਤੇ ਹੁਣ ਅੰਦਰ ਇਹ ਰਣਨੀਤੀ ਘੜੀ ਜਾਂਦੀ ਹੈ ਗੁਰੂ ਸਾਹਿਬ ਵੱਲੋਂ ਕਿ ਗੜੀ ਦਾ ਦਰਵਾਜ਼ਾ ਖੁੱਲ੍ਹਿਆ ਜਾਵੇਗਾ ਅਤੇ 5 ਸਿੰਘਾਂ ਦੇ ਜਿਹੜੇ ਜਥੇ ਨੇ ਉਹ ਬਾਹਰ ਦੁਸ਼ਮਣਾਂ ਨਾਲ ਜੂਝ ਕੇ ਆਪਣੀ ਸ਼ਹਾਦਤ ਪ੍ਰਾਪਤ ਕਰਨਗੇ। ਅਤੇ ਬਾਹਰ ਕੀ ਕਿਹਾ ਜਾ ਰਿਹਾ ਗੁਰੂ ਪਿਆਰਿਓ? ਅਤੇ ਜਿਹੜੀ ਬਾਹਰ ਜਿਹੜੀ ਰਣਨੀਤੀ ਜਿਹੜੀ ਘੜੀ ਜਾ ਰਹੀ ਹੈ, ਹੁਣ ਜਿਹੜੀ ਬਾਹਰ ਜਿਹੜੀ ਕਿ ਵਿਚਾਰ ਚਰਚਾ ਹੋ ਰਹੀ ਹੈ ਵਜ਼ੀਰ ਖਾਂ, ਨਾਰ ਖਾਂ ਅਤੇ ਖਵਾਜਾ ਖਿਜ਼ਰ ਖਾਂ ਦੇ ਵਿੱਚ, ਇਹ ਸਲਾਹ ਕਰਦੇ ਨੇ ਕਿ ਜੇਕਰ ਤੁਸੀਂ ਇੱਕ ਮੁੱਠ ਭਰ ਕੇ ਵੀ ਮਿੱਟੀ ਦੀ ਜੇਕਰ ਗੜੀ ਵੱਲ ਸੁੱਟੋਗੇ ਤਾਂ ਗੜੀ ਨੂੰ ਮਿੱਟੀ ਦੇ ਵਿੱਚ ਮਿਲਾਇਆ ਜਾਏਗਾ। ਜੇਕਰ ਤੁਸੀਂ ਇੱਕੋ ਵਾਰ ਹਮਲਾ ਕਰ ਦੋਗੇ ਅਤੇ ਚਮਕੌਰ ਦੀ ਜਿਹੜੀ ਗੜੀ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ। ਅਤੇ ਹੁਣ ਗੁਰੂ ਪਿਆਰਿਓ ਜਿਹੜਾ ਨਾਰ ਖਾਂ ਉਹ ਕਹਿੰਦਾ ਕਿ ਮੈਂ ਅੱਗੇ ਵੱਧਦਾ। ਨਾਰ ਖਾਂ ਅੱਗੇ ਵਧਿਆ, ਉਹ ਕਹਿੰਦਾ ਕਿ ਮੈਂ ਗੜੀ ਦਾ ਅੰਦਰ ਜਾ ਕੇ ਗੜੀ ਦਾ ਦਰਵਾਜ਼ਾ ਖੋਲ੍ਹ ਦੇਵਾਂਗਾ ਅਤੇ ਤੁਸੀਂ ਹੱਥੋਂ ਹੱਥ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਓ। ਅਤੇ ਹੁਣ ਗੁਰੂ ਸਾਹਿਬ ਜੀ ਵੀ ਇਹ ਕਹਿੰਦੇ ਨੇ ਕਿ ਔਰੰਗਜ਼ੇਬ ਤੇਰਾ ਜਿਹੜਾ ਜਰਨੈਲ ਸਹੁੰ ਖਾ ਕੇ ਆਇਆ ਸੀ ਕਿ ਜਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੰਦੀ ਬਣਾਉਣਾ ਅਤੇ ਜਾਂ ਫਿਰ ਕਤਲ ਕਰ ਦਿੱਤਾ ਜਾਵੇਗਾ। ਅਤੇ ਹੁਣ ਜਦੋਂ ਗੁਰੂ ਪਿਆਰਿਓ ਜਿਹੜਾ ਨਾਰ ਖਾਂ ਅੱਗੇ ਵਧਿਆ ਗੜੀ ਵੱਲ, ਪੌੜੀ ਲਗਾ ਕੇ ਜਦੋਂ ਚੜ੍ਹਨ ਲੱਗਾ ਅਤੇ ਗੁਰੂ ਪਾਤਸ਼ਾਹ ਜੀ ਨੇ ਇੱਕ ਮਮਟੀ ਦਾ ਸਹਾਰਾ ਲੈ ਕੇ, ਇੱਕ ਕੱਚੀ ਕੰਧ ਦਾ ਸਹਾਰਾ ਲੈ ਕੇ ਉੱਥੋਂ ਤੀਰ ਛੱਡਿਆ ਅਤੇ ਨਾਰ ਖਾਂ ਦੇ ਮੂੰਹ ਵਿੱਚ ਜਾ ਲੱਗਿਆ ਅਤੇ ਨਾਰ ਖਾਂ ਜਿਹੜਾ ਕਿ 20 ਫੁੱਟ ਪਿੱਛੇ ਜਾ ਕੇ ਡਿੱਗਿਆ। ਅਤੇ ਫਿਰ ਉਸ ਤੋਂ ਬਾਅਦ ਕਿਸੇ ਦਾ ਵੀ ਹੌਸਲਾ ਨਾ ਪਿਆ ਕਿ ਉਹ ਗੜੀ ਵੱਲ ਵਧੇ। ਅਤੇ ਫਿਰ ਜਿਹੜੀ ਕਿ ਦੂਸਰੀ ਜਿਹੜੀ ਕੋਸ਼ਿਸ਼ ਹੈ ਉਹ ਦਿਲਸ਼ੇਰ ਖਾਂ ਨੇ ਕੀਤੀ। ਉਸ ਨੂੰ ਵੀ ਸਾਧ ਸੰਗਤ ਜਿਹੜਾ ਕਿ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਤੀਰ ਦਾ ਜਿਹੜਾ ਸਵਾਦ ਆ ਚੱਖਣਾ ਪਿਆ। ਗੁਰੂ ਪਿਆਰਿਓ ਦੁਨੀਆ ਦੀ ਜਿਹੜੀ ਇਤਿਹਾਸ ਦੀ ਇੱਕ ਵੱਖਰੀ ਮਿਸਾਲ ਹੈ। ਗੁਰੂ ਪਾਤਸ਼ਾਹ ਜੀ ਤੀਰ ਤਾਂ ਚਲਾ ਰਹੇ ਨੇ, ਪਰ ਸ਼ਬਦਾਂ ਦੀ ਵਰਤੋਂ ਕਰ ਰਹੇ ਨੇ ਕਿ ਮੈਂ ਲੜਨਾ ਨਹੀਂ ਸੀ ਚਾਹੁੰਦਾ। ਕਿ ਦੁਨੀਆ ਵਿੱਚ ਐਸੇ ਯੋਧੇ ਵੀ ਹੋਏ ਗੁਰੂ ਪਿਆਰਿਓ, ਹਿਟਲਰ ਵਰਗੇ, ਚੰਗੇਜ਼ ਖਾਂ ਵਰਗੇ, ਜਿਹੜੇ ਕਿ ਲੜਦੇ ਤਾਂ ਰਹੇ ਨੇ ਪਰ ਕੇਵਲ ਮਨੁੱਖਤਾ ਦਾ ਖੂਨ ਦੇਖਣ ਵਾਸਤੇ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਮੈਦਾਨੇ ਜੰਗ ਵਿੱਚ ਹਥਿਆਰ ਜਿਹੜੇ ਕਿ ਖੂਨ ਵਹਾਉਣ ਲਈ ਨਹੀਂ, ਮੈਂ ਲਾਚਾਰ ਲਈ ਲੜ ਰਿਹਾ। ਕਿ ਤੁਸੀਂ ਦੁਨੀਆ ਦੇ ਉੱਪਰ ਜ਼ੁਲਮ ਇਤਨੇ ਕੀਤੇ, ਤੁਸੀਂ ਦੁਨੀਆ ਦੇ ਉੱਤੇ ਇੰਨੇ ਜ਼ੁਲਮ ਕੀਤੇ ਨੇ
ਤੇ ਮੈਂ ਤਾਂ ਸਿਰਫ ਜ਼ੁਲਮ ਦਾ ਬਦਲਾ ਲੈਣ ਲਈ ਮੇਰੇ ਕੋਲ ਕੇਵਲ ਤੇ ਕੇਵਲ ਇਹੀ ਇੱਕ ਤਰੀਕਾ ਬਚਿਆ ਹੈ। ਚੂੰ ਕਾਰ ਅਜ਼ ਹਮਾ ਹੀਲ ਤੇ ਦਰਗੁਜਸ਼ਤ ਹਲਾਲ ਅਸ਼ਤ ਬੁਰਦਨ ਬਾ ਸ਼ਮਸ਼ੀਰੇ ਦਸਤ। ਕਿ ਗੁਰੂ ਪਿਆਰਿਓ ਭਾਵ ਕਿ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਤਾਂ ਤਲਵਾਰ ਉਠਾਣੀ ਜਾਇਜ਼ ਹੈ। ਇਹ ਗੁਰੂ ਪਿਆਰਿਓ, ਇਹ ਜਿਹੜੇ ਗੁਰੂ ਪਿਤਾ ਜੀ ਦੇ ਜਿਹੜੇ ਬੋਲ ਸਨ ਕਿ ਕੇਵਲ ਜੇਕਰ ਮੈਂ ਲੜ ਰਿਹਾ ਮੈਦਾਨੇ ਜੰਗ ਦੇ ਵਿੱਚ ਤਾਂ ਮੈਂ ਲਾਚਾਰ ਹੋ ਕੇ ਲੜ ਰਿਹਾ ਹਾਂ। ਉੱਧਰੋਂ ਹੁਣ ਗੁਰੂ ਪਿਆਰਿਓ ਜਿਹੜੇ 5 ਸਿੰਘ ਜਿਹੜੇ ਕਿ ਉਹ ਜੂਝ ਰਹੇ ਨੇ ਮੈਦਾਨੇ ਜੰਗ ਦੇ ਅੰਦਰ, ਦੋਵਾਂ ਪਾਸਿਓਂ ਹਮਲਾ ਹੋ ਰਿਹਾ, ਘਸਮਾਨ ਦਾ ਜਿਹੜਾ ਯੁੱਧ ਹੋ ਰਿਹਾ। ਦੇਖਦੇ ਹੀ ਦੇਖਦੇ ਜਿਹੜੇ ਅਨੇਕਾਂ ਜਿਹੜੇ ਦੁਸ਼ਮਣ ਸੀ ਉਹਨਾਂ ਦੇ ਜਿਹੜੇ ਸਿਪਾਹੀ ਉਹ ਕਤਲ ਹੁੰਦੇ ਗਏ। 5 ਸਿੰਘ ਵੀ ਉੱਧਰ ਜੂਝ ਰਹੇ ਨੇ, ਸਿੰਘ ਸ਼ਹਾਦਤਾਂ ਪ੍ਰਾਪਤ ਕਰ ਰਹੇ ਨੇ। ਫਿਰ ਗੁਰੂ ਪਿਆਰਿਓ ਦੁਸ਼ਮਣਾਂ ਨੇ ਸਲਾਹ ਕੀਤੀ, ਇਕੱਠ ਕੀਤਾ ਤੇ ਸਲਾਹ ਕੀਤੀ। ਫਿਰ ਉਹ ਅੱਗੇ ਵਧੇ ਗੜੀ ਵੱਲ ਤੇ ਖਵਾਜਾ ਖਿਜ਼ਰ ਖਾਂ ਉਹ ਕਹਿੰਦਾ, ਉਹ ਅੱਗੇ ਜਦੋਂ ਵੱਧਦਾ ਤੇ ਗੁਰੂ ਸਾਹਿਬ ਭਾਈ ਦਇਆ ਸਿੰਘ ਨੂੰ ਕਹਿੰਦੇ ਨੇ ਕਿ ਇਸ ਹਮਲੇ ਦਾ ਜਵਾਬ ਅਸੀਂ ਦੇਣਾ ਹੈ। ਤਾਂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਕਮਾਨ ਦੇ ਵਿੱਚ ਤੀਰ ਨੂੰ ਖਿੱਚਿਆ ਜਦੋਂ ਆਪਣੇ ਕੰਧ ਤੱਕ, ਤਾਂ ਜਿਹੜਾ ਕਿ ਖਵਾਜਾ ਖਿਜ਼ਰ ਖਾਂ ਜਿਹੜਾ ਕਿ ਚੜ੍ਹ ਕੇ ਆ ਰਿਹਾ ਸੀ, ਉਹ ਗੁਰੂ ਸਾਹਿਬ ਜੀ ਦੇ ਤੀਰ ਨੂੰ ਦੇਖ ਕੇ ਕੰਧ ਦੇ ਓਹਲੇ ਛੁਪ ਗਿਆ। ਜਿਹੜਾ ਕਿ ਖਵਾਜਾ ਖਿਜ਼ਰ ਖਾਂ ਜਿਹੜਾ ਕਿ ਉਹ ਗੁਰੂ ਸਾਹਿਬ 'ਤੇ ਚੜ੍ਹ ਕੇ ਆ ਰਿਹਾ ਸੀਗਾ ਵੀ ਹਮਲੇ ਲਈ, ਉਹ ਜਦੋਂ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਆਪਣਾ ਤੀਰ ਹੈ ਉਹ ਜਦੋਂ ਕੰਧ ਤੱਕ ਖਿੱਚਿਆ ਕਮਾਨ ਦੇ ਵਿੱਚ ਪਾ ਕੇ, ਤਾਂ ਉਸ ਤੀਰ ਨੂੰ ਦੇਖ ਕੇ ਜਿਹੜਾ ਖਵਾਜਾ ਖਿਜ਼ਰ ਖਾਂ ਉਹ ਕੰਧ ਦੇ ਓਹਲੇ ਲੁਕ ਗਿਆ। ਹੁਣ ਗੁਰੂ ਪਿਆਰਿਓ ਇੱਥੇ ਹੁਣ ਖਿਆਲ ਕਰਿਓ, ਆਪਣੇ ਮਨ ਦੇ ਅੰਦਰ ਝਾਤੀ ਮਾਰਿਓ। ਇੱਕ ਪਾਸੇ ਮੈਦਾਨੇ ਜੰਗ ਵਿੱਚ ਤੀਰਾਂ ਦੀ ਵਰਖਾ ਹੋ ਰਹੀ ਹੈ ਅਤੇ ਦੂਸਰੇ ਪਾਸੇ ਗੁਰੂ ਸਾਹਿਬ ਜੀ ਤੀਰ ਨਹੀਂ ਛੱਡ ਰਹੇ। ਇਹ ਜੰਗ ਦਾ ਅਸੂਲ ਹੈ। ਅਤੇ ਸਾਧ ਸੰਗਤ ਅਤੇ ਗੁਰੂ ਸਾਹਿਬ ਵੀ ਜ਼ਫਰਨਾਮੇ ਦੇ ਵਿੱਚ ਲਿਖਦੇ ਨੇ ਕਿ ਤੇਰਾ ਖਵਾਜਾ ਖਿਜ਼ਰ ਖਾਂ ਮਰਦੂਦ, ਜੋ ਸਹੁੰ ਖਾ ਕੇ ਆਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਿਰ ਵੱਢ ਕੇ ਲੈ ਕੇ ਜਾਣਾ, ਅਤੇ ਜਦੋਂ ਮੈਂ ਤੀਰ ਖਿੱਚਿਆ ਉਹਨੇ ਮਰਦੂਦ ਨੇ ਆਪਣਾ ਜਿਹੜਾ ਸਿਰ ਸੀ ਉਹ ਕੰਧ ਦੇ ਓਹਲੇ ਛੁਪਾ ਲਿਆ। ਅਤੇ ਜੇਕਰ ਇਹੀ ਮਰਦਾ ਵਾਂਗੂ ਸਾਹਮਣੇ ਆ ਕੇ ਮੈਦਾਨੇ ਜੰਗ ਦੇ ਵਿੱਚ ਲੜਦਾ ਤਾਂ ਮੈਂ ਆਪਣਾ ਇੱਕ ਤੀਰ ਵੀ ਇਸ ਨੂੰ ਵੀ ਭੇਟ ਕਰ ਦਿੰਦਾ। ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਮੇਰੀ ਜਿਹੜੀ ਆਤਮਾ ਇਜਾਜ਼ਤ ਨਹੀਂ ਦਿੰਦੀ ਕਿ ਮੈਦਾਨੇ ਜੰਗ ਦੇ ਵਿੱਚ ਨਿਹੱਥੇ 'ਤੇ ਵਾਰ ਕਰਨਾ। ਹੈ ਸਾਧ ਸੰਗਤ ਕੋਈ ਐਸੀ ਮਿਸਾਲ ਗੁਰੂ ਸਾਹਿਬ ਵਰਗੀ? ਹੋਰ ਸਿੰਘ ਕਾਫੀ ਸ਼ਹਾਦਤ ਪਾ ਚੁੱਕੇ ਨੇ, ਦੋਨਾਂ ਪਾਸਿਓਂ ਤੀਰਾਂ ਦੀ ਵਰਖਾ ਕੀਤੀ ਜਾ ਰਹੀ ਹੈ। ਅਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜਦੋਂ ਕਿ ਗੁਰੂ ਪਿਤਾ ਜੀ ਦੇ ਸਾਹਮਣੇ ਆ ਖੜ੍ਹੇ ਹੁੰਦੇ ਨੇ, ਅਤੇ ਇਤਿਹਾਸਿਕ ਸਰੋਤਾਂ ਮੁਤਾਬਿਕ ਬਾਬਾ ਅਜੀਤ ਸਿੰਘ ਜੀ ਦੀ ਜਿਹੜੀ ਉਮਰ ਹੈ ਗੁਰੂ ਪਿਆਰਿਓ 17 ਸਾਲ ਕੁਝ ਮਹੀਨੇ ਮੰਨੀ ਗਈ ਹੈ। ਅਤੇ ਗੁਰੂ ਸਾਹਿਬ ਜੀ ਦੇ ਸਾਹਮਣੇ ਖੜ੍ਹਾ ਹੈ ਉਹਨਾਂ ਦਾ ਵੱਡਾ ਸਪੁੱਤਰ ਬਾਬਾ ਅਜੀਤ ਸਿੰਘ, ਇਜਾਜ਼ਤ ਮੰਗ ਰਿਹਾ ਕਿ ਗੁਰੂ ਪਿਤਾ ਮੈਨੂੰ ਵੀ ਮੈਦਾਨੇ ਜੰਗ ਦੇ ਵਿੱਚ ਭੇਜੋ। ਅਤੇ ਜਿਹੜੀ ਕਿ ਕੋਲ ਖੜ੍ਹੇ ਗੁਰੂ ਸਾਹਿਬ ਜੀ ਦੇ ਬਾਬਾ ਮਦਨ ਸਿੰਘ, ਜਿਹੜੀ ਗੁਰੂ ਪਿਤਾ ਅਤੇ ਬਾਬਾ ਮਦਨ ਸਿੰਘ ਦੇ ਵਿੱਚ ਜਿਹੜੀ ਕਿ ਵਿਚਾਰ ਚਰਚਾ ਹੁੰਦੀ ਹੈ ਕਿ ਇਸ ਫਰਜ਼ੰਦ ਨੂੰ ਮੈਦਾਨੇ ਜੰਗ ਦੇ ਵਿੱਚ ਨਾ ਭੇਜਿਆ ਜਾਵੇ, ਪਹਿਲਾਂ ਅਸੀਂ ਮੈਦਾਨੇ ਜੰਗ ਦੇ ਵਿੱਚ ਜਾ ਕੇ ਸ਼ਹਾਦਤ ਪ੍ਰਾਪਤ ਕਰਾਂਗੇ। ਤਾਂ ਗੁਰੂ ਸਾਹਿਬ ਜੀ ਜਿਹੜਾ ਅੱਗੋਂ ਜਵਾਬ ਹੁੰਦਾ ਹੈ ਉਹ ਕਹਿੰਦੇ ਕਿ ਮਦਨ ਸਿੰਘ ਕਿ ਬਾਬਾ ਅਜੀਤ ਸਿੰਘ ਜੀ ਨੇ ਪਹਿਲੇ ਵੀ 3 ਜੰਗਾਂ ਦੇ ਵਿੱਚ ਜਿਹੜੇ ਕਿ ਜ਼ੋਰ ਵਿਖਾਏ ਗੁਰੂ ਪਿਆਰਿਓ। ਇੱਕ ਮਲਕਪੁਰ ਰੰਗੜਾ, ਸਰਸਾਂ ਦੇ ਕੰਢੇ, ਅਤੇ ਦੂਜੀ ਜਿਹੜੀ ਦੇਵਕੀ ਦਾਸ ਦੀ ਕੁੜੀ ਜੋ ਕਿ ਬਸੀ ਪਠਾਣਾ ਵਿਖੇ ਜਦੋਂ ਕਿ ਜ਼ਾਬਰ ਖਾਨ ਨੂੰ ਮਾਰ ਕੇ ਉਸ ਦੀ ਕੁੜੀ ਨੂੰ ਬਾਬਾ ਅਜੀਤ ਸਿੰਘ ਸੁਰੱਖਿਅਤ ਜਿਹੜੇ ਕਿ ਵਾਪਸ ਲੈ ਕੇ ਆਏ ਸਨ। ਇਹ ਪਰਖਿਆ ਹੋਇਆ ਯੋਧਾ ਹੈ, ਇਹ ਮੈਦਾਨੇ ਜੰਗ ਦੇ ਵਿੱਚ ਜਾਏਗਾ ਹੀ ਜਾਏਗਾ। ਅੰਤ ਗੁਰੂ ਪਿਆਰਿਓ ਬਾਬਾ ਅਜੀਤ ਸਿੰਘ ਜੀ ਦੇ ਨਾਲ ਜਿਹੜੇ ਕਿ 5 ਸਿੰਘ ਭੇਜੇ ਜਾਂਦੇ ਨੇ, ਦੇਵਾ ਸਿੰਘ, ਈਸ਼ਰ ਸਿੰਘ, ਮੁਕੰਦ ਸਿੰਘ, ਫਤਿਹ ਸਿੰਘ ਅਤੇ ਨਾਲ ਜਿਹੜੇ ਕਿ ਨੰਦ ਸਿੰਘ। ਹੁਣ ਗੜੀ ਦਾ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ ਅਤੇ ਬਾਬਾ ਅਜੀਤ ਸਿੰਘ ਜੀ ਕੋਲ 3 ਚੀਜ਼ਾਂ ਇਸ ਵਕਤ ਮੌਜੂਦ ਹਨ। ਇੱਕ ਸ਼ਮਸ਼ੀਰ, ਅਤੇ ਇੱਕ ਤੀਰਾਂ ਨਾਲ ਭਰਿਆ ਹੋਇਆ ਪੱਥਾ ਅਤੇ ਮੋਢੇ 'ਤੇ ਕਮਾਨ, ਅਤੇ ਤੀਜਾ ਕਮਰ ਕੱਸੇ ਦੇ ਵਿੱਚ ਨੇਜਾ। ਅਤੇ ਹੁਣ ਜੰਗ ਦਾ ਅਸੂਲ ਹੈ ਕਿ ਅਸਤਰਾਂ ਨਾਲ ਪਹਿਲਾਂ ਵਰਤੋਂ ਕੀਤੀ ਜਾਂਦੀ ਹੈ, ਉਸ ਤੋਂ ਉਪਰੰਤ ਜਿਹੜੀ ਕਿ ਫਿਰ ਸ਼ਸਤਰਾਂ ਨਾਲ ਵਰਤੋਂ ਕੀਤੀ ਜਾਂਦੀ ਹੈ। ਅਤੇ ਇੱਦਾਂ ਹੀ ਕਰਦੇ ਕਰਦੇ ਸ਼ਸਤਰਾਂ ਨਾਲ ਵਰਤੋਂ ਕਰਦੇ ਕਰਦੇ ਬਾਬਾ ਅਜੀਤ ਸਿੰਘ ਨੇ ਕਈਆਂ ਮੁਗਲਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤਾਂ ਫਿਰ ਸਾਹਿਬਜ਼ਾਦੇ ਜੀ ਦਾ ਜਿਹੜਾ ਮੁਕਾਬਲਾ ਹੈ ਉਹ ਵਜ਼ੀਰ ਖਾਨ ਦੇ ਜਿਹੜੇ ਕਿ ਇੱਕ ਫੌਜਦਾਰ ਅਲਵਰ ਖਾਨ ਨਾਲ ਹੁੰਦਾ ਹੈ।
अलवर खान जिहड़ा है कि गुरु प्यारे बहुत ही मन्निया प्रमन्निया जिहड़ा योद्धा मन्निया गया है ਉਹ ਤੇ ਉਸ ਦੁਆਰਾ ਬਾਬਾ ਜੀ ਅਜੀਤ ਸਿੰਘ ਜੀ ਤੇ ਸਾਹਿਬਜ਼ਾਦੇ ਤੇ ਬਹੁਤ ਤਰ੍ਹਾਂ ਦੇ ਵਾਰ ਕੀਤੇ ਜਾਂਦੇ ਨੇ ਤੇ ਕਿੰਨਾ ਸਮਾਂ ਬਾਬਾ ਅਜੀਤ ਸਿੰਘ ਸਾਹਿਬਜ਼ਾਦਾ ਉਹ ਉਸ ਦੇ ਵਾਰ ਅਲਵਰ ਖਾਨ ਦੇ ਵਾਰ ਨੂੰ ਰੋਕਦੇ ਰਹੇ ਤੇ ਜਦੋਂ ਬਾਬਾ ਅਜੀਤ ਸਿੰਘ ਜੀ ਨੇ ਲੋਹੇ ਨਾਲ ਪੂਰਾ ਹੋਇਆ ਜਿਹੜਾ ਮੜਿਆ ਹੋਇਆ ਲੋਹੇ ਦੇ ਸੰਜੋਗ ਨਾਲ ਮੜਿਆ ਹੋਇਆ ਉਹ ਜਿਹੜਾ ਅਲਵਰ ਖਾਂ ਇਤਨਾ ਜ਼ੋਰ ਦੀ ਨੇਜਾ ਮਾਰਿਆ ਕਿ ਉਸ ਦੀ ਛਾਤੀ ਵਿੱਚੋਂ ਨੇਜਾ ਜਿਹੜਾ ਕਿ ਆਰ ਪਾਰ ਕਰ ਦਿੱਤਾ ਬਾਬਾ ਅਜੀਤ ਸਿੰਘ ਜੀ ਨੇ ਤੇ ਨੇਜਾ ਇੰਨੀ ਜ਼ੋਰ ਨਾਲ ਪਾਰ ਹੋਇਆ ਕਿ ਜਿਹੜਾ ਕਿ ਨੇਜੇ ਦਾ ਜਿਹੜਾ ਅਗਲਾ ਹਿੱਸਾ ਗੁਰੂ ਪਿਆਰੇ ਟੁੱਟ ਗਿਆ। ਉਸ ਤੋਂ ਉਪਰੰਤ ਅਜੀਤ ਸਿੰਘ ਜੀ ਨੇ ਜਿਹੜਾ ਕਿ ਸ਼ਮਸ਼ੀਰ ਨਾਲ ਮੁਕਾਬਲਾ ਕੀਤਾ ਤੇ ਅਨੇਕਾਂ ਹੀ ਮੁਗਲਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਪਰੰਤ ਸਾਧ ਸੰਗਤ ਤਲਵਾਰ ਦੇ ਨਾਲ ਮੁਕਾਬਲਾ ਕਰਨ ਤੇ ਵੀ ਜਦੋਂ ਤਲਵਾਰ ਦਾ ਜਿਹੜਾ ਅਗਲਾ ਹਿੱਸਾ ਟੁੱਟ ਜਾਂਦਾ ਹੈ ਉਸ ਤੋਂ ਉਪਰੰਤ ਅਜੀਤ ਸਿੰਘ ਜੀ ਨੇ ਮੈਦਾਨੇ ਜੰਗ ਦੇ ਵਿੱਚ ਖੜੇ ਹੋ ਕੇ ਗੁਰੂ ਪਿਤਾ ਵੱਲ ਤੱਕਿਆ, ਸਿਜਦਾ ਕੀਤਾ ਤੇ ਇੰਨੇ ਨੂੰ ਇੱਕ ਭਿਆਨਕ ਜਿਹੜੀ ਘਟਨਾ ਵਰਤੀ ਕਿ ਜਿਹੜੇ ਕਿ ਫੌਜ ਜਿਹੜੀ ਸੀ ਹੋਰ ਵੀ ਕਰੀਬ ਆ ਗਈ। ਸੈयद ਜਲਾਲੂਦੀਨ ਦਾ ਪੋਤਰਾ ਜਿਹੜਾ ਕਿ ਜਿਸ ਨੇ ਕਿ ਪਿੱਛੋਂ ਆ ਕੇ ਬਰਛੀ ਨਾਲ ਬਾਬਾ ਅਜੀਤ ਸਿੰਘ ਜੀ ਦੇ ਪਿੱਠ ਵਿੱਚ ਆ ਮਾਰੀ ਤੇ ਸੈयद ਖਾਂ ਗੁਰੂ ਪਿਆਰੇ ਉਹ ਸੈयद ਜਲਾਲੂਦੀਨ ਉਹ ਹੈ ਜਿਸ ਨੇ ਕਿ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ। ਉਸ ਦੇ ਪੋਤਰੇ ਨੇ ਵੀ ਜੰਗ ਦੇ ਵਿੱਚ ਹਿੱਸਾ ਲਿਆ ਤੇ ਘੋੜੇ ਤੇ ਬੈਠੇ ਅਜੀਤ ਸਿੰਘ ਜੀ ਦੀ ਪਿੱਠ ਦੇ ਵਿੱਚ ਬਰਛੇ ਨਾਲ ਇੰਨਾ ਭਿਆਨਕ ਵਾਰ ਕੀਤਾ ਕਿ ਅਜੀਤ ਸਿੰਘ ਜੀ ਘੋੜੇ ਤੋਂ ਸ਼ਹੀਦ ਹੋ ਕੇ ਗੁਰੂ ਪਿਆਰੇ ਜ਼ਮੀਨ ਤੇ ਗਿਰ ਗਏ। ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਦੀ ਸ਼ਹਾਦਤ ਨੂੰ ਤੱਕਿਆ ਤੇ ਜ਼ਿਕਰ ਕੀਤਾ, ਹੈ ਅਕਾਲ ਪੁਰਖ ਵਾਹਿਗੁਰੂ ਜੋ ਅਮਾਨਤ ਸੀ ਉਸ ਦਾ ਇੱਕ ਪੱਖ ਅਦਾ। ਸਾਧ ਸੰਗਤ ਛੋਟਾ ਪੁੱਤਰ ਬਾਬਾ ਜੁਝਾਰ ਸਿੰਘ ਜੋ ਕਿ ਆਪਣੇ ਅੱਖੀ ਵੱਡੇ ਭਰਾ ਦੀ ਸ਼ਹਾਦਤ ਨੂੰ ਤੱਕਦਾ ਹੈ ਤੇ ਉੱਧਰ ਦੁਸ਼ਮਣਾਂ ਦਾ ਜਿਹੜਾ ਹਮਲਾ ਹੋਰ ਤੇਜ਼ ਹੋ ਜਾਂਦਾ ਹੈ ਤੇ ਗੜੀ ਦੇ ਵਿੱਚ ਵੀ ਸਿੰਘ ਘਟਨੇ ਸ਼ੁਰੂ ਹੋ ਜਾਂਦੇ ਨੇ ਤੇ ਗੁਰੂ ਪਿਤਾ ਜੀ ਕੋਲ ਆ ਕੇ ਬੇਨਤੀ ਕਰਦਾ ਹੈ ਕਿ ਪਿਤਾ ਜੀ ਮੈਨੂੰ ਵੀ ਜੰਗ ਦੇ ਮੈਦਾਨ ਦੇ ਵਿੱਚ ਜਾਣ ਦੀ ਇਜਾਜ਼ਤ ਦਿਓ, ਮੈਂ ਵੀ ਮੈਦਾਨੇ ਜੰਗ ਦੇ ਵਿੱਚ ਜਾ ਕੇ ਜੂਝਾਂ ਤੇ ਸ਼ਹਾਦਤ ਪ੍ਰਾਪਤ ਕਰਾਂ। ਹੁਣ ਸਾਧ ਸੰਗਤ ਜਿਹੜੀ ਕਿ ਗੁਰੂ ਪਿਤਾ ਦੇ ਵਿੱਚ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜਿਹਦੇ ਵਿੱਚ ਜਿਹੜੀ ਕਿ ਵਾਰਤਾਲਾਪ ਹੁੰਦੀ ਉਹ ਕਹਿੰਦੇ ਨੇ ਕਿ ਬੇਟਾ ਤੂੰ ਤਾਂ ਜੰਗ ਦੇ ਮੈਦਾਨ ਦੇ ਵਿੱਚ ਹਾਲੇ ਤੱਕ ਜੂਝ ਕੇ ਵੀ ਨਹੀਂ ਦੇਖਿਆ, ਅਜੀਤ ਸਿੰਘ ਤਾਂ ਫਿਰ ਜੰਗ ਦੇ ਮੈਦਾਨ ਦੇ ਵਿੱਚ ਜੂਝ ਚੁੱਕਾ ਸੀ, ਤੇਰੀ ਤਾਂ ਹਾਲੇ ਹੱਸਣ ਖੇਡਣ ਦੀ ਉਮਰ ਹੈ ਕਿ ਤੇਰਾ ਇਹ ਜਿਹੜਾ ਕੋਮਲ ਸਰੀਰ ਹੈ ਇਹ ਤੀਰਾਂ ਦੀ ਬੁਛਾੜ ਨੂੰ ਝੱਲ ਲਵੇਗਾ ਕਿ ਤੂੰ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਰੋਸ ਤਾਂ ਨਹੀਂ ਪ੍ਰਗਟ ਕਰੇਗਾ, ਘਬਰਾਏਗਾ ਤਾਂ ਨਹੀਂ। ਗੁਰੂ ਪਿਤਾ ਜੀ ਕਹਿੰਦੇ ਕਿ ਠੀਕ ਹੈ, ਜੇਕਰ ਤੂੰ ਇੱਛਾ ਰੱਖਦਾ ਹੈ ਜੰਗ ਦੇ ਮੈਦਾਨ ਦੇ ਵਿੱਚ ਜਾਣ ਦੀ ਤਾਂ ਮੈਂ ਤੈਨੂੰ ਨਹੀਂ ਰੋਕਾਂਗਾ, ਪਰ ਕੇਵਲ ਇੱਕ ਗੱਲ ਯਾਦ ਰੱਖੀ ਵੀ ਜਦੋਂ ਵੀ ਤੇਰੇ ਸਰੀਰ ਨੂੰ ਤਲਵਾਰ ਦਾ ਫੱਟ ਲੱਗੇ ਜਾਂ ਜਦੋਂ ਵੀ ਤੇਰੇ ਉੱਤੇ ਤੀਰਾਂ ਦੀ ਬੁਛਾੜ ਹੋਵੇ ਤੇਰੇ ਮੁੱਖੋਂ ਤੇਰੇ ਮੂੰਹ ਦੇ ਵਿੱਚੋਂ ਸੀ ਲਫ਼ਜ਼ ਨਹੀਂ ਨਿਕਲਣਾ ਚਾਹੀਦਾ। ਗੁਰੂ ਪਿਆਰਿਓ, ਹੈ ਕੋਈ ਇੱਦਾਂ ਦੀ ਮਿਸਾਲ? ਇੱਕ ਪਿਤਾ ਆਪਣੇ ਪੁੱਤਰ ਨੂੰ ਜੰਗ ਦੇ ਮੈਦਾਨ ਦੇ ਵਿੱਚ ਤੋਰ ਰਿਹਾ ਹੈ, ਲਾਸ਼ਾਨੀ ਸ਼ਹਾਦਤ, ਸਭ ਕੁਝ ਪਤਾ ਵੀ ਹੈ ਅੱਗੇ ਕੀ ਕੁਝ ਹੋਣਾ ਹੈ, ਪਰ ਫਿਰ ਵੀ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੁੱਖ ਰੱਖ ਕੇ ਜਿਹੜੇ ਕਲਗੀਧਰ ਪਾਤਸ਼ਾਹ ਜੀ ਆਪਣੇ ਪੁੱਤਰ ਨੂੰ ਜੰਗ ਦੇ ਮੈਦਾਨ ਲਈ ਤਿਆਰ ਕਰ ਰਹੇ ਨੇ ਤੇ ਹੁਣ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਜਾਣ ਦੀ ਤਿਆਰੀ ਹੁੰਦੀ ਹੈ ਉਹਨਾਂ ਵੱਲੋਂ ਜਿਹੜੀ ਤਿਆਰੀ ਕੀਤੀ ਜਾਂਦੀ ਹੈ ਤਾਂ ਪਾਸ ਖੜੇ ਜਿਹੜੇ ਦਇਆ ਸਿੰਘ ਤੇ ਦਾਨ ਸਿੰਘ ਜੀ ਜੋ ਕਿ ਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਨੇ ਕਿ ਗੁਰੂ ਪਾਤਸ਼ਾਹ ਜੀ ਇਹ ਕਿੱਦਾਂ ਹੋ ਸਕਦਾ ਹੈ ਵੀ ਅਸੀਂ ਬੁੱਢੇ ਦੇ ਜਵਾਨ ਹਾਲੇ ਤੁਹਾਡੇ ਕੋਲ ਮੌਜੂਦ ਹਾਂ, ਤੁਸੀਂ ਇਸ ਛੋਟੇ ਫਰਜ਼ੰਦ ਨੂੰ ਜੰਗ ਦੇ ਮੈਦਾਨ ਦੇ ਵਿੱਚ ਤੋਰਨ ਲੱਗੇ ਹੋ
ਅਸੀਂ ਇਤਿਹਾਸ ਦੀ ਤਾਵਾਰੀਖ ਨੂੰ ਕੀ ਜਵਾਬ ਦੇਵਾਂਗੇ? ਕਿਲੇ ਅੰਦਰ ਧਰਮ ਸਿੰਘ, ਦਇਆ ਸਿੰਘ, ਦਾਨ ਸਿੰਘ, ਰਾਮ ਸਿੰਘ, ਇਹ ਸਾਰੇ ਜਿਹੜੇ ਸਿੰਘ ਮੌਜੂਦ ਹਨ, ਫਿਰ ਵੀ ਤੁਸੀਂ ਇਸ ਛੋਟੇ ਫਰਜ਼ੰਦ ਨੂੰ ਮੈਦਾਨ ਦੇ ਜੰਗ ਦੇ ਵਿੱਚ ਤੋਰ ਰਹੇ ਹੋ। ਤੇ ਅੱਗੋਂ ਜਿਹੜਾ ਕਿ ਗੁਰੂ ਪਿਤਾ ਜੀ ਦਾ ਜਿਹੜਾ ਜਵਾਬ ਹੁੰਦਾ ਹੈ, ਉਹ ਕਹਿੰਦੇ ਕਿ ਜੇਕਰ ਤੁਹਾਨੂੰ ਤਾਵਾਰੀਖ ਇਤਿਹਾਸ ਨੂੰ ਜਵਾਬ ਦੇਣ ਦੇ ਵਿੱਚ ਫਿਕਰ ਹੋ ਰਹੀ ਹੈ ਤਾਂ ਸੱਚ ਕਰਕੇ ਜਾਣਿਓ, ਮੈਨੂੰ ਵੀ ਉਤਨੀ ਹੀ ਫਿਕਰ ਹੈ ਕਿ ਮੈਂ ਕੀ ਜਵਾਬ ਦੇਵਾਂਗਾ, ਕਿ ਮੈਂ ਕੀ ਕਹਾਂਗਾ ਕਿ ਮੈਂ ਆਪਣੇ ਪੁੱਤਾਂ ਅਤੇ ਸਿੰਘਾਂ ਦੇ ਵਿੱਚ ਜਿਹੜਾ ਫਰਕ ਨੂੰ ਦੇਖਿਆ। ਤੇ ਹੁਣ ਗੁਰੂ ਪਿਆਰਿਓ, ਇੱਕ ਜਿਹੜੀ ਵਾਰਤਾਲਾਪ ਸਾਂਝੀ ਕੀਤੀ ਜਾਂਦੀ ਹੈ ਬਾਬਾ ਜੁਝਾਰ ਸਿੰਘ ਜੀ ਦੇ ਵੱਲੋਂ, ਵੀ ਆਪਣੇ ਭਰਾ ਦੇ ਸਿਰ ਨੂੰ ਗੋਦ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਅਜੀਤ ਸਿੰਘ ਜੀ ਨੂੰ ਕਹਿ ਰਹੇ ਨੇ ਕਿ ਕੋਈ ਗੱਲ ਤਾਂ ਕਰ, ਜਿਸ ਲਹੂ ਰੱਤੀ ਜ਼ਮੀਨ ਤੇ ਤੂੰ ਡਿੱਗਾ ਪਿਆ ਹੈ, ਇੱਕ ਵਾਰ ਤਾਂ ਮੈਨੂੰ ਦੇਖ ਲੈ। ਜੇ ਤੂੰ ਸੋਚ ਹੀ ਲਿਆ ਹੈ ਤੂੰ ਸ਼ਹੀਦ ਹੋ ਚੁੱਕਾ ਹੈ ਤਾਂ ਇੱਕ ਵਾਰ ਮੈਨੂੰ ਤਾਂ ਦੇਖ ਲੈ। ਜੇਕਰ ਤੈਨੂੰ ਇਹ ਜ਼ਮੀਨ ਚੰਗੀ ਲੱਗਦੀ ਹੈ ਤਾਂ ਮੈਂ ਵੀ ਤੇਰੇ ਪਿੱਛੇ ਲੱਗਾ ਹਾਂ, ਮੈਂ ਵੀ ਤੇਰੇ ਕੋਲ ਆ ਰਿਹਾ। ਗੁਰੂ ਪਿਆਰਿਓ, ਦਿਲ ਨੂੰ ਦਿਲਾ ਦੇਣ ਵਾਲੀ ਇਹ ਜਿਹੜੀ ਵਾਰਤਾਲਾਪ, ਦਿਲ ਨੂੰ ਝੰਜੋੜ ਕੇ ਰੱਖ ਦਿੰਦੀ ਹੈ, ਲਾਸ਼ਾਨੀ ਸ਼ਹਾਦਤ। ਸੋ ਇਹਨੇ ਨੂੰ ਇੱਥੇ ਇੱਕ ਘਟਨਾ ਵਾਪਰਦੀ ਹੈ ਕਿ ਇੱਕ ਤੀਰ ਆ ਕੇ ਸਿੱਧਾ ਬਾਬਾ ਜੁਝਾਰ ਸਿੰਘ ਜੀ ਦੀ ਜਿਹੜੀ ਕਿ ਛਾਤੀ ਦੇ ਵਿੱਚੋਂ ਆਰ ਪਾਰ ਹੋ ਜਾਂਦਾ ਹੈ ਤੇ ਉੱਥੇ ਇੱਦਾਂ ਲੱਗਦਾ ਹੈ ਕਿ ਜਿਵੇਂ ਇੱਕ ਕੰਡਾ ਫੁੱਲ ਦੇ ਵਿੱਚੋਂ ਲੰਘ ਜਾਂਦਾ ਹੈ, ਲੰਘ ਗਿਆ ਹੋਵੇ। ਇਤਨੇ ਨੂੰ ਗੁਰੂ ਸਾਹਿਬ ਜੀ ਗੜੀ ਵਿੱਚੋਂ ਜਕਾਰਾ ਛੱਡਦੇ ਨੇ ਤੇ ਕਹਿੰਦੇ ਨੇ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ, ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ।